ਭਾਰਤੀ ਸੰਵਿਧਾਨ ਨੂੰ ਬਦਲਣ ਬਾਰੇ ਛੋਟੇ-ਮੋਟੇ ਹਿੰਦੂਵਾਦੀ ਲੀਡਰ ਅਕਸਰ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ, ਪਰ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਗੰਭੀਰਤਾ ਨਾਲ ਦੇਖਿਆ ਨਹੀਂ ਜਾਂਦਾ ਜਾਂ ਸੋਚਿਆ ਨਹੀਂ ਜਾਂਦਾ। ਪਰ ਹੁਣ ਇਹ ਗੱਲ ਗੰਭੀਰ ਹੁੰਦੀ ਜਾ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਵਿਵੇਕ ਡੋਬਰਾਏ ਨੇ ਇੱਕ ਲੇਖ ਲਿਖਿਆ। ਉਹ ਲੇਖ ਉਸਨੇ ਮਿੰਟ ਦੇ ਵਿੱਚ ਲਿਖਿਆ ਅਤੇ ਉਸ ਅਖਬਾਰ ਦੇ ਵਿੱਚ ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਨੂੰ ਹੁਣ ਬਦਲਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮੌਜੂਦਾ ਸੰਵਿਧਾਨ ਹੈ ਉਸ ਦੇ ਵਿੱਚ ਉਪਨਿਵੇਸ਼ਕ ਵਿਰਾਸਤ ਨੂੰ ਜਿਹੜਾ ਲਿਆਂਦਾ ਗਿਆ ਹੈ ਅਤੇ ਜਿਹੜੀਆਂ ਨਵੀਆਂ ਚੁਣੌਤੀਆਂ ਭਾਰਤ ਦੇ ਸਾਹਮਣੇ ਨੇ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਕਿ ਇਸ ਸੰਵਿਧਾਨ ਦੇ ਅਨੁਸਾਰ ਨਾ ਚੱਲਿਆ ਜਾਵੇ ਅਤੇ ਨਵਾਂ ਸੰਵਿਧਾਨ ਲੈ ਕੇ ਆਂਦਾ ਜਾਵੇ। ਇਸ ਲੇਖ ਤੋਂ ਬਾਅਦ ਖਾਸ ਕਰਕੇ ਜਿਵੇਂ ਲਾਲੂ ਪ੍ਰਸਾਦ ਯਾਦਵ ਹੈ, ਉਹਨਾਂ ਨੇ ਕਿਹਾ ਕਿ ਮੌਜੂਦਾ ਜੋ ਸਰਕਾਰ ਹੈ ਉਸ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਨੇ ਵੀ ਇਹ ਗੱਲ ਕਹੀ ਹੈ ਕਿ ਸਰਕਾਰ ਵੱਲੋਂ ਇਹ ਜੋ ਛੜਯੰਤਰ ਕੀਤੇ ਜਾ ਰਹੇ ਨੇ, ਇਹ ਜੋ ਕੋਸ਼ਿਸ਼ਾਂ ਕੀਤੀ ਜਾ ਰਹੇ ਨੇ, ਇਹ ਗਲਤ ਹੈ, ਇਹ ਨਿੰਦਣਯੋਗ ਹੈ। ਅਤੇ ਇਸ ਦੇ ਨਾਲ ਸਰਕਾਰ ਨੇ ਵੀ ਇਹ ਅਤੇ ਨਾਲ ਆਰਥਿਕ ਸਲਾਹਕਾਰ ਕੌਂਸਲ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਸਰਕਾਰ ਦੇ ਵਿਚਾਰ ਨੇ, ਇਹ ਡੋਬਰਾਏ ਦੇ ਆਪਣੇ ਨਿੱਜੀ ਵਿਚਾਰ ਹੋ ਸਕਦੇ ਨੇ। ਖੈਰ, ਡੋਬਰਾਏ ਜੋ ਕਿ ਇਸ ਸਮੇਂ 68 ਸਾਲ ਦੇ ਨੇ ਅਤੇ ਉਹਨਾਂ ਨੇ 2017 ਦੇ ਵਿੱਚ ਆਰਥਿਕ ਸਲਾਹਕਾਰ ਕੌਂਸਲ ਦੀ ਪ੍ਰਧਾਨਗੀ ਸੰਭਾਲੀ ਸੀ ਅਤੇ ਕਾਫੀ ਪੜ੍ਹੇ ਲਿਖੇ ਅਰਥ ਸ਼ਾਸਤਰੀ ਨੇ। ਉਹਨਾਂ ਨੇ ਪ੍ਰੈਜ਼ੀਡੈਂਸੀ ਕਾਲਜ ਕੋਲਕਾਤਾ, ਗੋਖਲੇ ਇੰਸਟੀਚਿਊਟ ਆਫ ਪੋਲੀਟੀਕਲ ਐਂਡ ਇਕਨੋਮਿਕਸ, ਇੰਡੀਅਨ ਇੰਸਟੀਚਿਊਟ ਆਫ ਫੋਰਨ ਟ੍ਰੇਡ ਵਰਗੇ ਕਾਲਜਾਂ ਜਾਂ ਮਤਲਬ ਸੰਸਥਾਵਾਂ ਦੇ ਵਿੱਚ ਕੰਮ ਕੀਤਾ ਹੈ। ਅਤੇ ਉਹਨਾਂ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ, ਭਾਵੇਂ ਉਹਨਾਂ ਦੀ ਨਿੱਜੀ ਹੋ ਸਕਦੀ ਹੈ, ਪਰ ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਜਦੋਂ ਤੋਂ ਇਹ ਸੱਤਾ ਵਿੱਚ ਆਉਣੇ ਸ਼ੁਰੂ ਹੋਇਆ, ਅਕਸਰ ਹੀ ਕੁਛ ਲੋਕਾਂ ਵੱਲੋਂ ਇਹੀ ਜਿਹੀ ਗੱਲ ਕਹੀ ਜਾਂਦੀ ਹੈ ਜਿਹੜੀ ਹੌਲੀ ਹੌਲੀ ਜਾ ਕੇ ਨਵਾਂ ਰੂਪ ਲੈ ਲੈਂਦੀ ਹੈ, ਵੱਡਾ ਰੂਪ ਲੈ ਲੈਂਦੀ ਹੈ। ਇਸ ਗੱਲ ਕਰਕੇ ਬਹੁਤ ਸਾਰੀਆਂ ਜਿਹੜੀਆਂ ਸੰਵਿਧਾਨ ਦੇ ਹੱਕ ਵਿੱਚ ਨੇ, ਜਿਹਨਾਂ ਵਿੱਚ ਖਾਸ ਤੌਰ 'ਤੇ ਦਲਿਤ ਵਰਗ ਦੇ ਲੋਕ ਨੇ, ਇਸੇ ਤਰੀਕੇ ਨਾਲ OBC ਦੇ ਲੋਕ ਨੇ, ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਡਾਕਟਰ ਅੰਬੇਦਕਰ ਨੇ ਜੋ ਇਹ ਸੰਵਿਧਾਨ ਲਿਖਿਆ ਉਹਦੇ ਵਿੱਚ ਅਰਬਾਂ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ। ਇਸ ਗੱਲ ਕਰਕੇ ਜੋ ਡੋਬਰਾਏ ਨੇ ਲਿਖਿਆ ਹੈ ਉਸ ਦੀ ਉਹਨਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਅਤੇ ਨਾਲ ਇਸ ਸੰਬੰਧ ਵਿੱਚ ਖਾਸ ਤੌਰ 'ਤੇ ਜਿਹੜੇ ਆਪਾਂ ਕਹਿ ਸਕਦੇ ਚਾਹੇ ਬਹੁਜਨ ਸਮਾਜ ਪਾਰਟੀ ਹੈ ਜਾਂ ਹੋਰ ਸਮਾਜਵਾਦੀ ਪਾਰਟੀਆਂ ਨੇ, ਅਤੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ ਸੰਬੰਧ ਵਿੱਚ ਵੀ ਨਵੇਂ ਜਿਹੜੇ ਹੈਗੇ ਸਾਹਮਣੇ ਭਾਸ਼ਣ ਵੀ ਆ ਰਹੇ ਨੇ। ਅਤੇ ਇਹ ਜੋ ਕੁਛ ਵੀ ਚੱਲ ਰਿਹਾ ਹੈ ਇਹ ਇੱਕ ਛੜਯੰਤਰ ਦੀ ਤਰ੍ਹਾਂ ਲੱਗ ਰਿਹਾ ਹੈ, ਇੱਕ ਸਾਜ਼ਿਸ਼ ਦੀ ਤਰ੍ਹਾਂ ਲੱਗ ਰਿਹਾ ਹੈ। ਤੁਸੀਂ ਸੋਚੋ, ਕਦੇ ਮੰਦਰ ਬਣਾਉਣ ਦੀ ਗੱਲ ਚੱਲਦੀ ਸੀਗੀ, ਪਹਿਲਾਂ ਘਾਟਾਵਾਦ ਚੱਲਦੀ ਹੈ, ਫਿਰ ਹੋਰ ਵੱਧਦੀ ਚੱਲਦੀ ਹੈ, ਫਿਰ ਹੋਰ ਜਿਹੜੀਆਂ ਕੱਟੜਪੰਥੀ ਹਿੰਦੂ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਰਲ ਕੇ ਇੱਕ ਤਰ੍ਹਾਂ ਦਾ ਹੰਗਾਮਾ ਖੜਾ ਕਰ ਦਿੱਤਾ। ਅਤੇ ਅਕਸਰ ਇਹੀ ਦੇਖਿਆ ਜਾਂਦਾ ਕਿ ਉਸ ਤੋਂ ਬਾਅਦ ਉਹ ਜਿਹੜੀ ਗੱਲ ਇੱਕ ਵਾਰੀ ਨਿਕਲੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਹੁਣ ਖਾਸ ਤੌਰ 'ਤੇ ਜਿਸ ਤਰੀਕੇ ਨਾਲ ਕਾਂਗਰਸ ਹੈ, ਬਹੁਜਨ ਸਮਾਜ ਪਾਰਟੀ ਹੈ, ਸਮਾਜਵਾਦੀ ਪਾਰਟੀ ਹੈ ਜਾਂ ਖੱਬੇ ਪੱਖੀ ਪਾਰਟੀਆਂ ਨੇ, ਉਹਨਾਂ ਵੱਲੋਂ ਇਕਜੁੱਟ ਹੋਇਆ ਜਾ ਰਿਹਾ ਹੈ। ਅਤੇ ਆਮ ਆਦਮੀ ਪਾਰਟੀ ਹੈ, ਕਿਉਂਕਿ ਇਹ ਜੋ ਕੁਛ ਵੀ ਇਹ ਸਿਰਫ ਨਿੱਜੀ ਵਿਚਾਰ ਦੇ ਤੌਰ 'ਤੇ ਨਹੀਂ ਲਿਆ ਜਾ ਸਕਦਾ, ਇਸ ਤੋਂ ਬਾਅਦ ਕੁਛ ਵੀ ਹੋ ਸਕਦਾ। ਇਸ ਗੱਲ ਕਰਕੇ ਸਾਵਧਾਨ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਇਸ ਸੰਬੰਧ ਵਿੱਚ ਜਿਹੜੇ बहुजन समाज पार्टी वाले ने की कहते हैं ये भी सुनो। व्यवस्था खड़ी व्यवस्था में कहते हैं जी ब्राह्मण सबसे ऊपर है, फिर क्षत्रिय है, फिर वैश्य है, फिर शूद्र सेवा करने के लिए। लेकिन जब से संविधान आया ये लेट गई है।
मतलब सब समान, सब प्रधानमंत्री भी बन सकते हैं, मुख्यमंत्री भी बन सकते हैं, सब पढ़ सकते हैं, सब कलेक्टर बन सकते हैं। तो ये जब ये आया है तब से इनकी हलक में जो है इनके लठदा आ गया है। भाई मुझे जो है इनके साथ बैठना पड़ रहा है, भाई इन्हें मुख्यमंत्री बनाना पड़ रहा है, इनके एमपी एमएलए बनाने पड़ रहे हैं। तो ये देखिए जो राज था पूरा इनके हाथ में वो अब डगमगा रहा है। तो संविधान बदलने की तो बात कहेंगे ही। उनका देश नहीं होगा इसीलिए उनका संविधान नहीं है। हमारा देश है इसीलिए हम संविधान को बचाएंगे। भाई आपने देखा इतने लाखों लोग जो है यहाँ से घोटाले कर कर और भाग गए। कोई SC ST OBC का एक भी उदाहरण दिखा दो जो घोटाले करके इस देश को लूट के भागा हो। तो देश हमारा है, हमें बचाना है, हमें संविधान भी बचाना है, देश भी बचाना है। वो मुझे लग रहा है विदेशी हैं, तभी वो जो है इसको लूटते हैं, इसकी जनता को जो है अनपढ़ बनाते हैं, बेरोजगार बनाते हैं, जो है नग्न घुमाते हैं, बलात्कार करते हैं। हम पराये लोगों के साथ ऐसा व्यवहार करते हैं ना, अपनों के साथ तो नहीं करते, तो हम उनके अपने है ही नहीं। अमृतकाल का सही उदाहरण में संगोल जो है आपने देखा होगा न्यू पार्लियामेंट में जो है स्थापित किया गया। और दूसरा मैंने देखा उसके द्वारों का नाम देखिए क्या है, उसके द्वारों का नाम है मकरध्वज द्वार, अश्व द्वार जैसे। तो वहाँ पर जो है जानवर बैठेंगे और वो जो है पार्लियामेंट को चलाएंगे। ये मनुस्मृति पर लागू है कि भाई मछली के पेट से जो है ना पैदा हो गया, जो है ना पसीने से पैदा हो गया। तो ये वही चाह रहे हैं मनुस्मृति दोबारा लागू करना जो ज्योतिबा फूले जी ने गुलामगिरी में जिनके चीथड़े, जिनका चीरहरण करा था, वो अब दोबारा ये लागू करना चाह रहे हैं। लेकिन मैं एक बात बता रही हूँ, जब शोषण की अति हो जाती है तो भीमा कोरेगांव भी आपने देखा होगा, चंड अशोक का रूप भी आपने देखा होगा, चंद्रगुप्त मौर्य भी आपने देखा होगा, या रामास्वामी पेरियार भी आपने देखे होंगे कि पूरे जो है टक्कर ले ली थी और सच्ची रामायण लिख दी थी। आपने देखा होगा महात्मा ज्योतिबा फुले को गुलामगिरी किसान का कोड़ा लिख दिया, 18 स्कूल खोल दिए, कर लिया कुछ कर लिया मनुवादियों ने। देखिए मैं तो चाहती हूँ एक बार नया संविधान ले ही आए, हमारा दोबारा से उतना ही शोषण हो जाए जैसे मनुस्मृति के टाइम ये करते थे, ताकि हम दोबारा से तलवार उठा सके, दोबारा से जो है हम अपनी आज़ादी की लड़ाई के लिए, जैसे जो है इन्होंने कहा था कि भाई अंग्रेजों भारत छोड़ो, तो हम चाहते हैं इस बार ऐसी क्रांति आ जाए कि स्वर्णवादियों भारत छोड़ो, ब्राह्मण भारत छोड़ो, इस तरीके के नारे लग जाएं। तो एक बार ये कर दें, क्योंकि जब तक शोषण पूरी तरीके से नहीं होता तब तक जो है हम जागते नहीं हैं। तो एक बार अच्छा से शोषण हो जाए, चेंज करें संविधान, और फिर देखो तलवार 90% लोग कैसे खड़े होते हैं। और जैसे ही 90% लोग तलवार लेके खड़े हो जाएंगे, किसी को मारने की जरूरत नहीं है, ये अपने आप कदमों में आ जाएंगे, कोई हिंसा नहीं होगी। देखिए मुझे तो लगता है कि मोदी जी, राष्ट्रपति द्रौपदी मुर्मू जी, मोहन भागवत देश चला रहे हैं। ये तो सिर्फ और सिर्फ जैसे कठपुतली नहीं होता, कठपुतली को नचा डोर किसी और के हाथ में होती है और बेचारी कठपुतली दिखती है नाचते हुए। तो डोर जो है प्रधानमंत्री जी की भी किसी के और के हाथ में है और राष्ट्रपति जी की भी किसी और के हाथ में ही मुझे नजर आती है। बाहर जाते हैं नरेंद्र मोदी जी तो कहते हैं मैं बुद्ध की धरती से आया हूं, लेकिन जैसे ही भारत में आते हैं मंदिरों में सीधा लेट जाते हैं। तो हमारे भी हम कहते हैं ये मनुस्मृति और लोकतंत्र सुरक्षा पार्टी की राजबाला सैनी जो कुछ इस वीडियो ਦੇ ਵਿੱਚ ਕਹਿ ਰਹੀ ਹੈ, इस तरह दी आवाज़ां होर पार्टियां दी भी नहीं, तो उन्होंने वालों भी इसे गल करके विरोध किया जा रहा है कि जेकर ਅੱਜ इस गल का विरोध ना किया तो आने वाले समय ਦੇ ਵਿੱਚ ਜਿਹੜੀਆਂ होर हिंदूवादी ਜਾਂ भारतीय जनता पार्टी समेत कुछ इस तरीके ਦੇ ਨਾਲ ਯਤਨ ਕੀਤੇ ਜਾਣਗੇ कि संविधान ਨੂੰ तब्दील किया जाए। डॉक्टर अंबेडकर ने जो ये संविधान लिखा है उस दे विच तुहानूं पता ही है कि खास तौर पर जिहड़ा कमज़ोर वर्ग है, औरतां ने, होर बहुत सारा जिहड़ा है हक दिवाए ने, जिस तां जो संविधान के अनुसार सारे बराबर रह सकन। तो यही कारण है कि अज जो चाहे वो शूद्र है, चाहे वो वैश्य है, जां वो खतरी है, ये सारे लोग जिहड़े हैगे उन्होंने समान हक मिले हुए ने, ब्राह्मण नूं भी मिले हुए ने। तो पर अफसोस की गल यह है कि खास तौर पर खुश जिहड़ियां कट्टरपंथी हिंदू संस्थावां ने उन्होंने वालों कोई ना कोई यह जिहा तरीका अडॉप्ट किया जाता है कि जिस दे नाल इस संविधान नूं
ਜਿਹੜਾ ਠੇਸ ਪਹੁੰਚੇ ਜਾਂ ਉਹਨਾਂ ਦੇ ਅਨੁਸਾਰ ਇਹ ਤਬਦੀਲੀਆਂ ਹੋ ਜਾਣ। ਖੈਰ, ਇਹ ਜੋ ਹੁਣ ਚਰਚਾ ਚੱਲੀ ਹੈ, ਇਸ ਦਾ ਕਿੰਨਾ ਕੁ ਵਿਰੋਧ ਹੁੰਦਾ ਹੈ ਉਹ ਦੇਖਣ ਵਾਲੀ ਗੱਲ ਹੈ, ਪਰ ਇਹ ਹੈ ਕਿ ਇਹ ਵਿਸ਼ਾ ਬਹੁਤ ਜ਼ਿਆਦਾ ਗੰਭੀਰ ਹੈ। ਇਸ ਜੇਕਰ ਉਹਦਾ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਜਿਵੇਂ ਹੁਣ ਚੀਨ ਹੈ, ਚੀਨ ਦੇ ਵਿੱਚ ਸੰਵਿਧਾਨ ਨੂੰ ਤਬਦੀਲ ਕੀਤਾ ਗਿਆ। ਉੱਥੇ ਦੇ ਰਾਸ਼ਟਰਪਤੀ ਨੂੰ ਬਹੁਤ ਅਧਿਕਾਰ ਦਿੱਤੇ ਗਏ ਨੇ ਅਤੇ ਉਹ ਕਾਫੀ ਸਮੇਂ ਤੱਕ ਰਾਸ਼ਟਰਪਤੀ ਬਣ ਕੇ ਰਹਿ ਸਕਦਾ। ਇਸੇ ਤਰੀਕੇ ਦੇ ਨਾਲ ਰੂਸ ਦੇ ਵਿੱਚ ਵੀ ਪੁਤਿਨ ਨੇ ਇਸ ਤਰੀਕੇ ਦੇ ਨਾਲ ਤਬਦੀਲੀ ਕੀਤੀ ਹੈ ਕਿ ਉਹ ਉਮਰ ਰੂਸ ਦਾ ਰਾਸ਼ਟਰਪਤੀ ਬਣ ਕੇ ਰਹੂਗਾ। ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਵੀ ਇਹੀ ਗੱਲ ਚੱਲੀ ਸੀ। ਜਿਵੇਂ ਹੁਣ ਲਾਲ ਕਿਲ੍ਹੇ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਜਿਹੜੇ ਅਗਲਾ 2024 ਦਾ 15 ਅਗਸਤ ਹੈ ਉਹਦੇ ਵਿੱਚ ਵੀ ਉਹ ਝੰਡਾ ਚੜ੍ਹਾਉਣਗੇ ਜਾਂ ਲੋਕਾਂ ਦੇ ਨਾਲ ਗੱਲਬਾਤ ਕਰਨਗੇ। ਇਹ ਸਾਰਾ ਕੁਛ ਇਹ ਹੈ ਕਿ ਉਸ ਤੋਂ ਥੋੜ੍ਹਾ ਜਿਹੜਾ ਖਾਸ ਤੌਰ 'ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਨਸੂਬਾ ਹੈ ਨਜ਼ਰ ਆਉਂਦਾ, ਇਸ ਤੋਂ ਬਚਣ ਦੀ ਲੋੜ ਹੈ। ਇਸ ਗੱਲ ਕਰਕੇ ਇਸ ਸੰਬੰਧ ਵਿੱਚ ਜਿਹੜੀ ਲੋਕਤੰਤਰੀ ਪਾਰਟੀਆਂ ਨੇ, ਜਿਹੜੀ ਖਾਸ ਤੌਰ 'ਤੇ ਧਰਮ ਨਿਰਪੱਖ ਪਾਰਟੀਆਂ ਨੇ, ਉਹਨਾਂ ਨੂੰ ਇਹ ਜਿਹੜਾ ਇਹ ਨਵਾਂ ਵਿਚਾਰ ਆਇਆ ਉਸ ਦਾ ਵਿਰੋਧ ਕਰਨਾ ਚਾਹੀਦਾ।